ਕੀ ਹਾਲ ਹੈ ਦੋਸਤਾਂ ਦੀ ਉਮੀਦ ਕਰਦਾ ਸਾਰੇ ਖਰੀਦ ਦੇ ਨਾਲ ਹੋਣਗੇ। ਜਨਾਬ ਇੱਕ ਨਾ ਸ਼ਾਦੀ ਹੈ ਪਿੰਡ ਦੇ ਵਿੱਚ ਤੇ ਉੱਧਰ ਗਿਆ ਹੋਇਆ ਸੀ। ਬਾਬਾ ਦੇਰ ਨਾਲ ਆਇਆ ਤੇ ਠੰਡ ਵੀ ਹੋ ਗਈ ਹੈ। ਵੇਖੋ ਨਾ ਕੋਈ ਉੱਪਰ ਜੀ ਪਾਈ ਇੱਕ ਜਨਾਬ ਸਿਰ ਉੱਤੇ ਵੀ ਅੱਗੇ ਇੱਕ ਮੈਂ ਲਿਆਂਦਾ ਜਨਾਬ ਹੈ ਤੇ ਵੱਡਾ ਸਾਰਾ ਖੈਰ ਨਾਲ ਤੇ ਇਹਨਾਂ ਉਹ ਗਲੇ ਵਿੱਚ ਪਾ ਕੇ ਤੇ ਨੱਕੇ ਤੱਕ ਰਿਹਾ ਰਹਿੰਦਾ ਜਨਾਬ। ਗਲ ਛੜ ਜਿਹੜਾ ਨਹੀਂ ਇਹ ਮਹਿਫੂਜ਼ ਰਹਿੰਦਾ ਸਰਦੀ ਤੋਂ ਤੇ ਪਾਇਆ ਹੋਇਆ ਸੀ। ਐਨ ਹੁਣ ਵੀ ਖੁਸ਼ਕ ਹੋ ਰਿਹਾ ਕਿਉਂਕਿ ਮੌਸਮ ਚੇਂਜ ਹੋ ਰਿਹਾ ਨੇ ਇਸ ਵਜ੍ਹਾ ਕਰਕੇ। ਖੈਰ ਅੱਛਾ ਤੁਹਾਨੂੰ ਗੱਲ ਦੱਸਣੀ ਸੀ ਕਿ ਸ਼ਾਦੀ ਹੈ, ਸ਼ਾਦੀ ਵਾਸਤੇ ਗਿਆ ਸੀ। ਸਾਡੇ ਇੱਥੇ ਟੱਬਰ ਬਰਾਦਰੀ ਵਿੱਚ ਸਿਸਟਮ ਨਿਜ਼ਾਮ ਹੁੰਦੇ ਨੇ ਕਿ ਜਿਹਨਾਂ ਸ਼ਾਦੀ ਹੋਵੇ ਉਹ ਤਕਰੀਬਨ ਹਫ਼ਤਾ ਤੋਂ ਪਹਿਲੇ ਟੱਬਰ ਨੂੰ ਬੁਲਾਉਂਦੇ ਨੇ, ਬੁਲਾ ਕੇ ਤੇ ਉਹਨਾਂ ਨੂੰ ਦੱਸਦੇ ਪੁੱਛਦੇ ਨੇ। ਤੇ ਸਾਡੀ ਪੁਰਾਣੀ ਰਸਮ ਚੱਲਦੀ ਆ ਰਹੀ ਹੈ ਕਿ ਅਸੀਂ ਟੱਬਰ ਬਰਾਦਰੀ ਨਾਲ ਰਲ ਮਿਲ ਕੇ ਤੇ ਵਕਤ ਗੁਜ਼ਾਰੀ ਦਾ ਕੋਸ਼ਿਸ਼ ਕਰੀਦੀ ਇੱਕ ਰਲ ਮਿਲ ਕੇ ਵਕਤ ਗੁਜ਼ਰ ਜਾਵੇ ਤੇ ਆਸਾਨ ਵੀ ਹੁੰਦਾ, ਈਜ਼ੀ ਹੁੰਦਾ ਕਿ ਇੱਕ ਘਰ ਦੇ ਪੁਰਾਣੇ ਆਏ ਨੇ ਤੇ ਸਾਰਿਆਂ ਨੇ ਰਲ ਮਿਲ ਕੇ ਬਿਸਤਰੇ ਵੀ ਆਪਣੇ ਆਪਣੇ ਘਰ ਕਰਨੇ ਨੇ। ਚਲੋ ਜਿਹੜੇ ਘਰ ਪੁਰਾਣਾ ਸਹਿ ਜਾਵੇ ਬਿਹਤਰ ਕੁਝ ਉਹਨਾਂ ਦੇ ਬਾਹਰ ਵਾਲਾ ਹੁੰਦਾ। ਉਸ ਤੋਂ ਬਾਅਦ ਸਾਡਾ ਰਸਮ ਰਿਵਾਜ ਇਹ ਹੁੰਦਾ ਕਿ ਅਸੀਂ ਦੁੱਧ ਵਗੈਰਾ ਜਿਹੜਾ ਹੁਣ ਜਿਨ੍ਹਾਂ ਦੇ ਘਰ ਸ਼ਾਦੀ ਹੈ ਉਹਨਾਂ ਨੂੰ ਦੁੱਧ ਚਾਹੀਦਾ, ਮਹਿਮਾਨਾਂ ਨੂੰ ਚਾਹ ਸ਼ਾਹ ਪਿਆਣੀ ਹੈ। ਉਹ ਫਿਰ ਸਾਡਾ ਰਸਮ ਰਿਵਾਜ ਹੈ ਕਿ ਫੀ ਘਰ 10 ਕਿਲੋ ਜਿਹੜਾ ਦੁੱਧ ਦੇਣਾ ਉਹ ਅਸੀਂ ਇਕੱਠਾ, ਯਾਨੀ ਕਿ ਮੈਂ ਇੱਕ ਫੈਮਿਲੀ ਦਾ ਮੈਂਬਰ ਹਾਂ ਅਤੇ ਮੈਨੂੰ ਨਾ ਕਹਿਣਾ ਜੀ ਤੁਸੀਂ 10 ਕਿਲੋ ਦੁੱਧ ਦੇਣਾ। ਫਿਰ ਉਹਨਾਂ ਨਾਲ ਦੱਸ ਦੇਣਾ ਕਿ ਜਨਾਬ ਤੁਸੀਂ ਸ਼ਾਮ ਨੂੰ ਦੇਣਾ, ਤੁਸੀਂ ਸੁਬਾਹ ਦੇਣਾ। ਪੰਜ ਬੰਦਿਆਂ ਨੂੰ ਰਾਤ ਨੂੰ ਆਖ ਦਿੱਤਾ, 5 ਸੁਬਾਹ ਆਖ ਦਿੱਤਾ, 5 ਦੁਪਹਿਰ, ਐਂ ਕਰਕੇ ਯਾਨੀ ਕਿ ਸਿਸਟਮ ਨਿਜ਼ਾਮ ਹੈ ਉਹ 10-10 ਕਿਲੋ ਅਸੀਂ ਦੁੱਧ ਦੇ ਵੀ ਦੇ। ਅਤੇ ਇਸ ਤਰ੍ਹਾਂ ਕਰਕੇ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਟੱਬਰ ਬਰਾਦਰੀ ਵਿੱਚ ਰਲ ਮਿਲ ਕੇ ਤੇ ਵਕਤ ਗੁਜ਼ਾਰ ਲਈਦਾ। ਅੱਛਾ ਇਸ ਤੋਂ ਅਗਲੀ ਗੱਲ ਹੈ ਜਿਹੜੀ ਅਸਲ ਮੇਨ ਗੱਲ ਹੈ, ਅਸੀਂ ਮੈਂ ਜਨਾਬ ਵਾਪਸ ਆਇਆ ਅਤੇ ਅੱਗੇ ਨਾ ਸਾਡੀ ਗਲੀ ਦੇ ਯਾਨੀ ਕਿ ਸੜਕ ਵਾਲੀ ਸਾਈਡ ਤੋਂ ਜਿੱਧਰੋਂ ਸ਼ੁਰੂ ਹੁੰਦੀ ਹੈ ਨਾ ਉੱਥੇ ਜਨਾਬ ਮੋਟਰਸਾਈਕਲ ਖਲੋਤੀ ਹੈ ਅਤੇ ਨਾਲ ਹੀ ਮਸਜਿਦ ਵੀ ਹੈ। ਮੈਂ ਪਹਿਲੇ ਤੋਂ ਪਰੇਸ਼ਾਨ ਹੋਇਆ, ਮੈਂ ਕਿਹਾ ਐਵੇਂ ਕੋਈ ਮਸਜਿਦ ਦੀ ਚੋਰੀ ਵਾਸਤੇ ਮਾਮਲਾਤ ਨਾ ਉਹ ਮੋਟਰਸਾਈਕਲ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ, ਹੋਰ ਪਰੇਸ਼ਾਨੀ ਜ਼ਿਆਦਾ ਵੱਧ ਗਈ। ਖੈਰ ਮੈਂ ਉਹ ਜਿੱਥੇ ਬੈਠੇ ਸੀ ਮੈਂ ਜਿੱਥੇ ਬੈਠਾ ਹੋਇਆ ਸੀ ਉਹਨਾਂ ਨੂੰ ਫੋਨ ਕੀਤਾ ਮੁੰਡੇ ਇੱਕ ਨੂੰ, ਮੈਂ ਕਿਹਾ ਯਾਰ ਇੰਝ ਮੋਟਰਸਾਈਕਲ ਅਤੇ ਕੋਈ ਗੇਮ ਨਾ ਹੋ ਜਾਵੇ ਅਤੇ ਕੋਈ ਜੀ ਬਾਹਰ ਆਓ ਤਾਂ ਚੈੱਕ ਕਰੀਏ ਕੋਈ ਆਡੋ ਕੋਈ ਵੇਖੀਏ ਤਾਂ ਕੀ ਮਸਜਿਦ ਨੂੰ ਵੇਖੀਏ ਤਾਂ ਕੀ ਮਤ ਕੋਈ ਅੰਦਰ ਬੰਦਾ ਨਾ ਹੋਵੇ। ਉਹ ਮੁੰਡੇ ਆਏ ਨੇ ਖੈਰ ਨਾਲ ਅਤੇ ਫਿਰ ਉਹ ਵੇਖਿਆ ਤਾਂ ਕਿ ਇੱਕ ਉਹਨਾਂ 'ਚ ਮੁੰਡਾ ਮਕੈਨਿਕ ਸੀ ਮੋਟਰਸਾਈਕਲਾਂ ਦਾ, ਉਹ ਵੀ ਆ ਗਿਆ। ਉਸ ਆ ਕੇ ਵੇਖਿਆ ਤਾਂ ਉਸ ਆ ਕੇ ਜੀ ਇਹ ਫਲਾਣੇ ਮੁੰਡੇ ਦੀ ਮੈਂ ਮੋਟਰਸਾਈਕਲ ਅੱਗੇ ਸਹੀ ਕਰਦਾ ਰਹਿੰਦਾ। ਉਹ ਤਾਂ ਕੋਈ ਸਾਹ ਦੇ ਵਿੱਚ ਸਾਹ ਆਇਆ, ਚਲੋ ਅੱਲਾ ਕੀਤਾ ਇੰਨਾ ਤਾਂ ਪਤਾ ਲੱਗ ਗਿਆ ਆਪਣੇ ਕਿਸੇ ਚਲੋ ਆੜੀਏ ਗਵਾੜੀਏ ਦੀਏ। ਅਸੀਂ ਤਾਂ 15 ਤੇ ਵੀ ਕਾਲ ਕਰਵਾ ਚਲੋ 15 ਤੇ ਕਾਲ ਕਰਕੇ ਉਹਨਾਂ ਦੱਸੀਏ ਭਾਈ ਲੈ ਜਾਣ ਚੁੱਕ ਕੇ ਮੈਂ ਪੈਣੀ ਜਾਣੇ ਦੀ ਸਾਨੂੰ ਕੋਈ ਨਵੀਂ ਮੁਸੀਬਤ ਨਾ ਪੈ ਜਾਵੇ। ਕਿਉਂਕਿ ਅਗਰ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਕੋਈ ਸ਼ੈ ਪਈ ਹੈ ਚੋਰੀ ਦੀ ਹੈ ਅਸੀਂ ਚੁੱਕ ਕੇ ਘਰ ਲੈ ਗਏ, ਪਿੱਛੋਂ ਮਾਲਕ ਆ ਗਏ ਉਹਨਾਂ ਤੇ ਆਖਣਾ ਤੁਸੀਂ ਚੋਰੀ ਕੀਤੀ ਹੈ। ਫਿਰ ਜੇ ਕੋਈ ਬੰਦਾ ਚੋਰੀ ਕਰਨ ਆਇਆ ਵੀ ਦਿਲ 'ਚ ਜਾ ਕੇ ਤੇ ਥਾਣੇ ਕਾਲ ਮਾਰੇ ਉਹ ਆ ਕੇ ਮੇਰੀ ਬਾਈਕ ਆਈ ਅਤੇ ਉਹ ਕਿਸੇ ਨੇ ਚੋਰੀ ਕਰ ਲਈ ਹੈ, ਉਹ ਵੀ ਪੁੱਠਾ ਪੰਗਾ ਪੈ ਗਿਆ। ਹੁਣ ਵੀ ਸਾਰਾ ਰੌਲਾ ਇਹ ਸੀ ਕਿ ਮੋਟਰਸਾਈਕਲ ਇੱਥੇ ਖਲੋਤੀ ਹੈ ਅਤੇ ਕਿਉਂ ਖਲੋਤੀ ਹੈ ਅਤੇ ਕਾਨੂੰਨੀ ਤਰੀਕੇ ਦੇ ਨਾਲ ਕੁਝ ਨਾ ਕੁਝ ਕੀਤਾ ਜਾਏ ਤਾਂ ਕਿ ਸਾਡੇ ਉੱਤੇ ਹਰਜ ਵੀ ਨਾ ਆਵੇ। ਖੈਰ ਅੱਲਾ ਕੀਤਾ ਤਾਂ ਬੰਦਾ ਲੱਭ ਗਿਆ, ਮਾਲਕ ਲੱਭ ਗਿਆ। ਬੜਾ ਚਿਰਕਾ ਜਿਹਾ ਅਤੇ ਬੜਾ ਰੌਲਾ ਰੱਪਾ ਪਾ ਕੇ ਸਮਝੋ ਕਿ ਉਹ ਗਲੀ ਦੇ ਵਾਵਾ ਜਿਹੇ ਲੋਕ ਵੀ ਇਕੱਠੇ ਹੋ ਗਏ। ਬਾਕੀ ਮਸਲਾ ਇਹਦਾ ਕੀ ਬਣ ਗਿਆ। ਅਤੇ ਮੇਰੀ ਇਹੀ तमाम ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਆਪਣੀਆਂ ਚੀਜ਼ਾਂ ਦੀ ਹਿਫਾਜ਼ਤ ਖੁਦ ਕਰੋ ਇੱਕ ਨੰਬਰ। ਦੂਜਾ ਨੰਬਰ ਇਹ ਕਿ ਅਗਰ ਕੋਈ ਇਸ ਤਰ੍ਹਾਂ ਦਾ ਮਸਲਾ ਪੇਸ਼ ਆਵੇ ਉਸ ਚੀਜ਼ ਨੂੰ ਹੱਥ ਲਾਉਣ ਤੋਂ ਪਹਿਲੇ ਕੋਸ਼ਿਸ਼ ਕਰੋ ਕੋਈ 15 'ਤੇ ਕਾਲ ਕਰਕੇ ਪੁਲਿਸ ਬੁਲਾ ਕੇ ਅਤੇ ਫਿਰ ਜੋ ਕੁਝ ਵੀ ਕਰਨਾ ਕਰੋ, ਜਾਂ ਆਪਣੇ ਆਡੀ ਗਵਾਡੀ ਪਿੰਡ ਵਾਲਿਆਂ ਨੂੰ ਪੁੱਛ ਲਵੋ ਕਿ ਇਹ ਮਾਮਲਾਤ ਨੇ ਜਾਂ ਕੋਈ ਚੀਜ਼ ਤੁਹਾਡੀ ਤਾਂ ਨਹੀਂ ਜਾਂ ਕੋਈ ਮਸਲਾ ਮਸਾਇਲ ਹੈ ਤਾਂ ਹੁਣ ਸਮਝ ਆ ਜਾਵੇ। ਬਹਰਹਾਲ ਗੱਲ ਕਰਨ ਦਾ ਮਕਸਦ ਹੈ ਕਿ ਅੱਲਾ ਕੀਤਾ ਤਾਂ ਮਸਲਾ ਤਾਂ ਗਿਆ ਹੱਲ ਹੋ। ਵਿਚਲੀ ਗੱਲ ਤੁਹਾਨੂੰ ਸਮਝ ਆ ਗਈ ਹੋਣੀ ਹੈ ਜਿਹੜੀ ਮੈਂ ਕਰਨਾ ਚਾਹੁੰਦਾ। ਵਕਤ ਐਸਾ ਡਾਢਾ ਹੈ, ਚੋਰਾ ਚਕਾਰੀ ਹੈ, ਮੌਸਮ ਐਸਾ ਹਰ ਬੰਦਾ ਅੰਦਰ ਸੁੱਤਾ ਪਿਆ, ਬਾਹਰ ਕੋਈ ਮਸਲਾ ਨਾ ਬਣ ਜਾਵੇ ਅਤੇ ਲਿਹਾਜ਼ਾ ਆਪਣੀ ਇਹਤਿਆਤ ਕਰੋ, ਵੇਖੋ ਤੱਕੋ, ਕੋਸ਼ਿਸ਼ ਕਰੋ ਕਿ ਬਾਹਰ ਨਿਕਲਿਆ ਰਾਤੀ ਨਿਕਲ ਕੇ ਇੱਕ ਵਾਰੀ ਬਾਹਰ ਚੈੱਕ ਸ਼ੱਕ ਕੀਤਾ। ਬਾਕੀ ਅੱਲਾ ਪਾਕ ਖੈਰ ਫਰਮਾਏ। ਇਜਾਜ਼ਤ ਦਿਓ, ਇੰਸ਼ਾਅੱਲਾ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ।